हेलो स्टूडेंट्स, वेलकम यू ऑल ऑन सीबीसी शिक्षा ऑनलाइन प्लेटफॉर्म। स्टूडेंट्स ਅੱਜ ਆਪਾਂ ਆਪਣੇ ਸੈਕੰਡ ਕਲਾਸ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਜੀ ਐਸਐਸਟੀ ਮਾਸਟਰ ਕੇਡਰ ਦੇ ਜੋ ਇੰਡੀਅਨ ਪੋਲਿਟੀ ਦੇ ਇੰਪੋਰਟੈਂਟ 20 ਕੁਐਸਚਨਸ। ਠੀਕ ਹੈ, ਤਾਂ ਪਹਿਲੀ ਕਲਾਸ ਵਿੱਚ ਤੁਸੀਂ ਸਾਰਿਆਂ ਨੇ 20 ਕੁਐਸਚਨ ਕੀਤੇ ਹੋਣਗੇ, ਕਾਫੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਸੀਗੇ, ਤਾਂ ਤੁਸੀਂ ਸਾਰਿਆਂ ਨੇ ਉਸਨੂੰ ਨੋਟ ਡਾਊਨ ਕਰਨਾ। ਠੀਕ ਹੈ ਰਾਜੇ, ਚਲੋ ਸਟਾਰਟ ਕਰਦੇ ਹਾਂ ਆਪਾਂ ਆਪਣਾ ਸੈਕੰਡ ਸੈਟ ਅੱਜ ਦਾ ਸੈਕੰਡ ਕਲਾਸ ਐਸਐਸਟੀ ਮਾਸਟਰ ਕੇਡਰ ਸਪੈਸ਼ਲ। ਠੀਕ ਹੈ ਜੀ, ਚਲੋ ਸਭ ਤੋਂ ਪਹਿਲਾ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਵਰਡਿੰਗ ਮੇਨ ਹੁਣ ਕੀ ਹੈ, ਕੁਐਸਚਨ ਵਿੱਚ ਕੁਛ ਨਹੀਂ ਹੈਗਾ। ਅਗਰ ਕਿਸੇ ਨੇ ਇੰਡੀਅਨ ਪੋਲਿਟੀ ਚੰਗੀ ਤਰ੍ਹਾਂ ਕੀਤੀ ਹੈ ਤਾਂ ਉਸਨੂੰ ਕੁਐਸਚਨ ਵਿੱਚ ਇੱਕ 0% ਦਾ ਹੀ ਲੱਗੇਗਾ। ਬਟ ਇਸ ਵਿੱਚ ਕੀ ਹੈਗਾ ਹੈ, ਇਹ ਕੁਐਸਚਨ ਦੀ ਜੋ ਲੈਂਗੁਏਜ ਪੜ੍ਹਨ ਤੋਂ ਬਾਅਦ ਸ਼ਾਇਦ ਕਿਤੇ ਨਾ ਕਿਤੇ ਤੁਹਾਨੂੰ ਇਸ ਕੁਐਸਚਨ ਦੇ ਬਾਰੇ ਇੱਕ ਐਂ ਲੱਗੇਗਾ ਕਾਫੀ ਡਿਫੀਕਲਟ ਕੁਐਸਚਨ। ਦੇਖਣ ਨੂੰ ਡਿਫੀਕਲਟ ਲੱਗ ਰਿਹਾ ਪਰ ਇੱਕ ਬਹੁਤ ਹੀ ਈਜ਼ੀ ਕੁਐਸਚਨ ਹੈ। ਸਭ ਤੋਂ ਪਹਿਲਾਂ ਤੁਸੀਂ ਪੜ੍ਹੋ, ਇਹਦੇ ਦੇਖੋ ਨਾ ਕਿਆ ਕੀ ਹੈ। ਉਹਨਾਂ ਕਿਹਾ ਵੀ ਜੇ ਕਿਸੇ ਕੇਸ ਵਿੱਚ ਇਨ ਦਾ ਕੇਸ ਆਫ ਕੋਈ ਐਵੇਂ ਦਾ ਕੇਸ ਅਰਾਈਜ਼ ਹੋ ਜਾਂਦਾ ਹੈ, ਮੀਨਸ ਕੋਈ ਐਵੇਂ ਦਾ ਕੇਸ ਅਰਾਈਜ਼ ਹੋ ਜਾਂਦਾ ਹੈ ਜਿਹਦੇ ਵਿੱਚ ਆਪਣੇ ਰਾਸ਼ਟਰਪਤੀ ਦੀ ਜੋ ਚੇਅਰ ਹੈਗੀ ਉਹ ਖਾਲੀ ਹੋ ਜਾਂਦੀ ਹੈ। ਮੀਨਸ ਆਪਣਾ ਰਾਸ਼ਟਰਪਤੀ ਅਦਰ ਦੈਨ ਕਿਸੇ ਹੋਰ ਕਰਕੇ ਵੀ ਐਕਸਪਾਇਰੀ ਨਹੀਂ ਹੋਣੀ, ਮੀਨਸ 5 ਸਾਲ ਦੀ ਟਰਮ ਪੂਰੀ ਹੋਣ ਦੀ ਤੋਂ ਬਜਾਏ ਜੇ ਕਿਸੇ ਕਾਰਨਵਸ਼, ਜਿਵੇਂ ਆਪਾਂ ਕਹਿ ਦਈਏ ਕੋਈ ਡੈਥ ਕੇਸ ਹੈਗਾ ਨਾ, ਜਾਂ ਕਹਿ ਦਿਓ ਕੋਈ ਇੰਪੀਚਮੈਂਟ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ, ਜਾਂ ਉਹ ਬੰਦੇ ਜਾਂ ਉਹ ਜੋ ਵੀ ਰਾਸ਼ਟਰਪਤੀ ਸੀ ਉਹ ਰਿਜ਼ਾਈਨ ਦੇ ਕੇ। ਇਹਨਾਂ ਸੂਰਤਾਂ ਦੇ ਵਿੱਚ ਰਾਸ਼ਟਰਪਤੀ ਦੀ ਜੋ ਸੀਟ ਹੈ ਉਹ ਕਿੰਨੇ ਟਾਈਮ ਦੇ ਵਿੱਚ ਫਿਲ ਕਰਨੀ ਜ਼ਰੂਰੀ ਹੈ, ਤਾਂ ਤੁਹਾਨੂੰ ਸਭ ਨੂੰ ਪਤਾ ਹੈ 6 ਮੰਥ ਦੇ ਵਿੱਚ ਫਿਲ ਕਰਨੀ ਜ਼ਰੂਰੀ ਹੁੰਦੀ ਹੈ। ਤਾਂ ਵਿਦਿਨ 6 ਮੰਥ ਤੁਸੀਂ ਆਨਸਰ ਲਗਾਉਣਾ ਹੈ। ਬਸ ਤੁਸੀਂ ਕਰਨਾ ਕੀ ਹੈ, ਛੋਟਾ ਜਿਹਾ ਕੰਮ ਕਰਨਾ ਹੈ, ਤੁਸੀਂ ਕੁਐਸਚਨ ਦੀ ਲੈਂਗੁਏਜ ਨੂੰ ਸਮਝਣਾ, ਕੁਐਸਚਨ ਕੀ ਕਹਿ ਰਿਹਾ, ਆਨਸਰ ਤੁਹਾਡੇ ਅੱਗੇ ਆਪਣੇ ਆਪ ਆ ਜਾਏਗਾ। ਠੀਕ ਹੈ ਜੀ, ਚਲੋ ਸੈਕਿੰਡ ਕੁਐਸਚਨ ਆਪਾਂ ਕਰਨੇ ਆ। ਸੈਕਿੰਡ ਕੁਐਸਚਨ ਕੀ ਆਪਣੇ ਕੋਲ ਹੁਣ ਉਹਨਾਂ ਕਿਹਾ ਹੈ ਵੀ ਜਦੋਂ ਇਨ ਕੇਸ ਦਾ ਪੋਸਟ ਆਫ ਪ੍ਰੈਜ਼ੀਡੈਂਟ ਆਫ ਇੰਡੀਆ, ਵੀ ਅਗਰ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਪੋਸਟ ਜਿਹੜੀ ਹੈਗੀ ਉਹ ਵੇਕੈਂਟ ਹੋ ਜਾਂਦੀ ਹੈ, ਠੀਕ ਹੈ, ਤਾਂ ਉੱਥੇ ਵਾਈਸ ਪ੍ਰੈਜ਼ੀਡੈਂਟ ਵੀ ਨਹੀਂ ਹੁੰਦਾ। ਵੀ ਵਾਈਸ ਪ੍ਰੈਜ਼ੀਡੈਂਟ ਮੀਨਸ ਪ੍ਰੈਜ਼ੀਡੈਂਟ ਵੀ ਨਹੀਂ ਹੈਗਾ ਉਸ ਟਾਈਮ, ਵਾਈਸ ਪ੍ਰੈਜ਼ੀਡੈਂਟ ਵੀ ਨਹੀਂ ਹੈਗਾ, ਤਾਂ ਉਸ ਕੇਸ ਦੇ ਵਿੱਚ ਜੋ ਚੇਅਰ ਹੈਗੀ ਹੈ, ਚੇਅਰ 'ਤੇ ਕੌਣ ਬੈਠੇਗਾ, ਕੌਣ ਉਸਨੂੰ ਐਕਟ ਕਰੇਗਾ, ਤਾਂ ਐਕਟ ਕੌਣ ਕਰੇਗਾ ਇਸ ਸਮੇਂ, ਚੀਫ ਜਸਟਿਸ ਆਫ ਦਾ ਇੰਡੀਆ। ਕੌਣ ਕਰੇਗਾ, ਚੀਫ ਜਸਟਿਸ ਆਫ ਦਾ ਸੁਪਰੀਮ ਕੋਰਟ। ਤਾਂ ਚੀਫ ਜਸਟਿਸ ਦਾ ਰਾਈਟ ਆਂਸਰ। ਠੀਕ ਹੈ, ਤਾਂ ਉਸਨੂੰ ਕੌਣ ਹੈਂਡਲ ਕਰੇਗਾ, ਉਸਨੂੰ ਕੌਣ ਦੇਖੇਗਾ, ਸੁਪਰੀਮ ਕੋਰਟ ਦਾ ਜੱਜ, ਮੁੱਖ ਜੱਜ। ਤਾਂ 6 ਮਹੀਨਿਆਂ ਦੇ ਵਿੱਚ ਤੁਸੀਂ ਸੀਟ ਭਰਨੀ ਜ਼ਰੂਰੀ ਹੁੰਦੀ ਹੈ। ਠੀਕ ਹੈ ਰਾਜੇ, ਚਲੋ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਨੈਕਸਟ ਕੁਐਸਚਨ ਕੀ ਹੈ, ਤੀਸਰਾ ਕੁਐਸਚਨ ਕੀ ਹੈ, ਤਾਂ ਉਹਨਾਂ ਕਿਹਾ ਵੀ ਅੱਗੇ ਕਿਹਾ ਵਿਚ ਵਨ ਆਫ ਦਾ ਫੋਲੋਇੰਗ ਆਰਟੀਕਲਸ ਆਫ ਦਾ ਕੰਸਟੀਟਿਊਸ਼ਨ। ਠੀਕ ਹੈ, ਕਿਹੜੇ ਆਰਟੀਕਲ ਦੇ ਵਿੱਚ ਐਗਜ਼ੀਕਿਊਟਿਵ ਪਾਵਰਸ ਦਿੱਤੀਆਂ ਗਈਆਂ ਨੇ ਆਫ ਦਾ ਯੂਨੀਅਨ ਇਨ ਦਾ ਪ੍ਰੈਜ਼ੀਡੈਂਟ, ਮੀਨਸ ਪ੍ਰੈਜ਼ੀਡੈਂਟ ਨੂੰ ਐਗਜ਼ੀਕਿਊਟਿਵ ਪਾਵਰਸ ਕਿਹੜੇ ਆਰਟੀਕਲ ਦੇ ਵਿੱਚ। ਹੁਣ ਆਰਟੀਕਲ ਦੀ ਗੱਲ ਕਰੀਏ ਤਾਂ 53 ਆਰਟੀਕਲ ਰਾਜੇ। ਠੀਕ ਹੈ, 53 ਤੁਹਾਨੂੰ ਸਭ ਨੂੰ ਕੱਲ੍ਹ ਵੀ ਦੱਸਿਆ ਸੀਗਾ ਵੀ 52 ਤੋਂ ਲੈ ਕੇ 62 ਤੱਕ ਆਪਣਾ ਪ੍ਰੈਜ਼ੀਡੈਂਟ ਕੌਣ ਹੈ, ਆਪਣਾ ਰਾਸ਼ਟਰਪਤੀ। ਠੀਕ ਹੈ, ਤਾਂ 53 ਦੇ ਵਿੱਚ ਕੀ ਹੈ, ਉਹਨਾਂ ਦੀਆਂ ਐਗਜ਼ੀਕਿਊਟਿਵ ਪਾਵਰਸ ਨੇ। ਹੁਣ ਐਗਜ਼ੀਕਿਊਟਿਵ ਪਾਵਰਸ ਉਹ ਹੁੰਦੀਆਂ ਨੇ, ਮੀਨਸ ਕਹਿਣ ਦਾ ਮਤਲਬ ਆਪਾਂ ਜੇ ਇੱਕ ਸਿੰਪਲ ਲੈਂਗੁਏਜ ਦੀ ਗੱਲ ਕਰੀਏ, ਸਰਕਾਰ ਜਿੰਨੇ ਵੀ ਫੈਸਲੇ ਕਰਦੀ ਹੈ ਉਹ ਰਾਸ਼ਟਰਪਤੀ ਦੇ ਨਾਮ 'ਤੇ ਕੀਤੇ ਜਾਂਦੇ ਨੇ। ਉਹ ਕਿਸ ਦੇ ਨਾਮ ਕੀਤੇ ਜਾਂਦੇ ਨੇ, ਰਾਸ਼ਟਰਪਤੀ ਦੇ ਨਾਮ 'ਤੇ ਕੀਤੇ ਜਾਂਦੇ ਨੇ। ਜੇ ਆਪਾਂ ਕਹਿ ਦਈਏ all executive actions taken by the Indian government are formally taken in his name, means ਉਸ ਦੇ ਨਾਮ 'ਤੇ ਲੈ ਜਾਂਦੇ ਨੇ। ਠੀਕ ਹੈ, ਉਸ ਤੋਂ ਇਲਾਵਾ ਐਗਜ਼ੀਕਿਊਟਿਵ ਪਾਵਰਸ ਕੀ ਹੁੰਦੀਆਂ ਨੇ, ਅਪੁਆਇੰਟਮੈਂਟਸ ਆਪਾਂ ਕਹਿ ਦਿਓ, ਅਪੁਆਇੰਟਸ ਕਿਹਨੂੰ ਅਪੁਆਇੰਟ ਕਰਦਾ ਹੈ, PM ਨੂੰ ਅਪੁਆਇੰਟ ਕਰਦਾ ਜੀ। ਠੀਕ ਹੈ, ਇਸ ਤੋਂ ਇਲਾਵਾ ਅਟਾਰਨੀ ਜਨਰਲ ਨੂੰ ਕਰਦਾ। ਠੀਕ ਹੈ, ਉਸ ਤੋਂ ਇਲਾਵਾ UPSC ਦੇ ਚੇਅਰਮੈਨ ਨੂੰ ਕਰਦਾ, UPSC ਦੇ ਮੈਂਬਰਸ ਨੂੰ ਕਰਦਾ ਹੈ। ਠੀਕ ਹੈ, ਕਮਿਸ਼ਨਸ ਜਿਵੇਂ ਫਾਈਨਾਂਸ ਕਮਿਸ਼ਨ ਹੋ ਗਿਆ, ਇਹਨਾਂ ਨੂੰ ਅਪੁਆਇੰਟ ਕਰਦਾ। ਠੀਕ ਹੈ ਜੀ, ਕੈਗ ਨੂੰ ਕਰਦਾ ਹੈ। ਤਾਂ ਐਵੇਂ ਕਰਕੇ ਜੋ ਐਗਜ਼ੀਕਿਊਟਿਵ ਪਾਵਰਸ ਹੈਗੀਆਂ ਨੇ ਉਹ ਸਾਰੀਆਂ ਜੋ ਰਾਸ਼ਟਰਪਤੀ ਦੀਆਂ ਹੈਗੀਆਂ ਨੇ ਉਸਨੂੰ ਆਪਾਂ ਆਰਟੀਕਲ 53 ਦੇ ਵਿੱਚ ਰੱਖਾਂਗੇ। ਠੀਕ ਹੈ ਰਾਜੀ, ਚਲੋ ਨੈਕਸਟ ਕੁਐਸਚਨ ਕੀ ਹੈ, ਨੈਕਸਟ ਕੁਐਸਚਨ ਹੈਗਾ ਜੀ ਪ੍ਰੈਜ਼ੀਡੈਂਟ। ਹੁਣ ਇਹਦੇ 'ਚ ਕੀ ਹੈਗਾ, ਪ੍ਰੈਜ਼ੀਡੈਂਟ ਆਫ ਇੰਡੀਆ ਦੀਆਂ ਜੋ ਪਾਵਰਸ ਹੁੰਦੀਆਂ ਨੇ, ਪ੍ਰੈਜ਼ੀਡੈਂਟ ਆਫ ਇੰਡੀਆ ਜੋ ਪਾਵਰਸ ਨੇ ਉਸਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਹੁਣ ਇੱਕ ਤਾਂ ਡਾਇਰੈਕਟਲੀ ਵੀ ਕੀਤੀ ਜਾਂਦੀ, ਇਨਡਾਇਰੈਕਟਲੀ ਵੀ ਕੀਤੀ ਜਾਂਦੀ ਹੈ। ਜਿਵੇਂ ਕਿ ਆਈਦਰ ਡਾਇਰੈਕਟਲੀ ਔਰ ਥਰੂ ਆਫਿਸਰ ਸਬੋਰਡੀਨੇਟ ਟੂ ਹਿਮ, ਮੀਨਸ ਸਿੱਧੇ ਤੌਰ 'ਤੇ ਵੀ ਅਤੇ ਅਸਿੱਧੇ ਤੌਰ 'ਤੇ ਵੀ ਉਹਨਾਂ ਦੀ ਜੋ ਸ਼ਕਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਿ ਮੰਨ ਕੇ ਚਲੋ ਕੋਈ ਵੀ PM, ਹੁਣ ਆਪਣੇ ਦੇਸ਼ ਦਾ PM ਮੋਦੀ ਸਾਹਿਬ, ਠੀਕ ਹੈ, ਇਹ ਕੀ ਕਰਨਗੇ, ਇਹ ਕਿਸੇ ਵਿਦੇਸ਼ੀ ਦੌਰੇ 'ਤੇ ਗਏ ਹੋਏ ਨੇ, ਉੱਥੇ ਕੋਈ ਮੈਮੋਰੈਂਡਮ ਸਾਈਨ ਕਰਦੇ ਨੇ ਜਾਂ ਕੋਈ ਸਮਝੌਤਾ ਕਰਕੇ ਆਉਂਦੇ ਨੇ, ਤਾਂ ਉਹ ਰਾਸ਼ਟਰਪਤੀ ਦੇ ਨਾਮ 'ਤੇ ਕੀਤਾ ਜਾਵੇਗਾ। ਠੀਕ ਹੈ, ਤਾਂ ਇੰਡਾਇਰੈਕਟਲੀ ਤੌਰ 'ਤੇ, ਡਾਇਰੈਕਟਲੀ ਇੰਡਾਇਰੈਕਟਲੀ ਦੋਨਾਂ ਤੌਰ 'ਤੇ ਜੋ ਉਹਨਾਂ ਦੇ ਸਬੋਰਡੀਨੇਟ ਆਫਿਸਰਸ ਹੁੰਦੇ ਨੇ ਉਹ ਇਸ ਦੀ ਪਾਵਰਸ ਦੀ ਵਰਤੋਂ ਕਰਦੇ ਨੇ। ਠੀਕ ਹੈ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਕੀ ਹੈ,
ਵਿਚ ਵਨ ਆਫ ਦ ਫੋਲੋਇੰਗ ਅਮੈਂਡਮੈਂਟਸ, ਹੁਣ ਕਿਸ ਅਮੈਂਡਮੈਂਟ ਦੇ ਵਿੱਚ ਕੀ ਲਿਖਿਆ, ਵਿਚ ਵਨ ਆਫ ਦ ਫੋਲੋਇੰਗ ਅਮੈਂਡਮੈਂਟਸ ਟੂ ਦ ਇੰਡੀਅਨ ਕੰਸਟੀਟਿਊਸ਼ਨ ਇੰਪਾਵਰਸ ਦ ਪ੍ਰੈਜ਼ੀਡੈਂਟ ਟੂ ਸੈਂਡ ਬੈਕ ਐਨੀ ਮੈਟਰ ਆਫ ਦ ਰੀਕਨਸਟਰਕਸ਼ਨ, ਮੀਨਸ ਉਹਨੂੰ ਰੀਕਨਸੀਡਰ ਕਰਨਾ ਠੀਕ ਹੈ, ਬਾਏ ਦਾ ਕੌਂਸਲ ਆਫ ਮਿਨਿਸਟਰਸ, ਵੀ ਕਿਹੜੇ ਆਰਟੀਕਲ ਦੇ ਵਿੱਚ ਇਹ ਅਧਿਕਾਰ ਦਿੱਤਾ ਗਿਆ ਹੈ ਮੰਤਰੀ, ਇਹ ਆਰਟੀਕਲ ਇੱਕ ਸੋਧ ਕੀਤੀ ਗਈ, ਕਹਿੰਦੇ ਅਮੈਂਡਮੈਂਟ ਦੀ ਗੱਲ ਹੋ ਰਹੀ, ਅਮੈਂਡਮੈਂਟ ਕੀਤੀ ਗਈ ਹੈ, ਠੀਕ ਹੈ, ਕਿਸ ਅਮੈਂਡਮੈਂਟ ਵਿੱਚ ਕੀਤਾ ਗਿਆ ਵੀ ਰਾਸ਼ਟਰਪਤੀ ਨੂੰ ਮੰਤਰੀ ਮੰਡਲ ਦੁਆਰਾ ਕਿਸੇ ਵੀ ਮਾਮਲੇ 'ਤੇ ਮੁੜ ਵਿਚਾਰ ਕਰਨ ਲਈ ਵਾਪਸ ਭੇਜ ਸਕਦੀ ਹੈ। ਤਾਂ ਕਿਸ ਵਿੱਚ ਭੇਜ ਸਕਦੀ ਹੈ ਰਾਜੇ, ਤਾਂ ਉਹ ਭੇਜ ਸਕਦੀ ਹੈ 39 ਦੇ ਵਿੱਚ, 39 ਨਹੀਂ 44 ਦੇ ਵਿੱਚ, 44 'ਚ ਭੇਜ ਸਕਦੀ ਰਾਜ, ਠੀਕ ਹੈ, ਕਿਸ ਵਿੱਚ ਭੇਜ ਸਕਦੀ ਹੈ, ਤਾਂ 44 ਵਿੱਚ ਭੇਜ ਸਕਦੀ, ਕਾਫੀ ਇੰਪੋਰਟੈਂਟ ਕੁਐਸਚਨ, ਠੀਕ ਹੈ। ਲਾਸਟ ਕੁਐਸਚਨ ਦਾ ਆਪਾਂ ਆਨਸਰ ਲਾਸਟ ਕੁਐਸਚਨ ਦਾ ਜਿਹੜਾ ਹੈਗਾ ਉਹ ਆਨਸਰ ਆਪਾਂ A ਲਗਾਇਆ ਸੀ, ਠੀਕ ਹੈ। ਤਾਂ ਨੈਕਸਟ ਕੁਐਸਚਨ ਦਾ ਪੰਜਵੇਂ ਦਾ ਕੁਐਸਚਨ ਕੀ ਹੈ, 44th ਅਮੈਂਡਮੈਂਟ ਕਦੋਂ ਹੋਈ ਸੀ, 44th ਅਮੈਂਡਮੈਂਟ 1978 'ਚ ਹੋਈ ਸੀ ਰਾਜੇ, 44th ਅਮੈਂਡਮੈਂਟ, ਠੀਕ ਹੈ ਰਾਜੇ। ਚਲੋ ਨੈਕਸਟ ਕੁਐਸਚਨ ਦੀ ਆਪਾਂ ਗੱਲ ਕਰੀਏ, ਨੈਕਸਟ ਕੁਐਸਚਨ ਕੀ ਹੈ, ਤਾਂ ਹੂ ਅਮੰਗ ਆਫ ਦ ਫੋਲੋਇੰਗ ਦ ਹੈਡ ਆਫ ਦ ਇੰਡੀਅਨ ਰਿਪਬਲਿਕ, ਜੋ ਭਾਰਤੀ ਗਣਰਾਜ ਦਾ ਮੁਖੀ ਕੌਣ ਹੁੰਦਾ ਹੈ, ਸਭ ਨੂੰ ਪਤਾ ਹੈ ਮੁਖੀ ਕੌਣ ਹੁੰਦਾ ਹੈ, ਫਸਟ ਪਰਸਨ ਆਫ ਦ ਇੰਡੀਆ ਕੌਣ ਹੁੰਦਾ, ਰਾਸ਼ਟਰਪਤੀ ਹੁੰਦਾ ਹੈ, ਤਾਂ ਮੁਖੀ ਕੌਣ ਹੋਵੇਗਾ, ਪ੍ਰੈਜ਼ੀਡੈਂਟ ਆਫ ਦ ਇੰਡੀਆ ਹੋਵੇਗਾ, ਠੀਕ ਹੈ ਰਾਜੇ। ਚਲੋ ਨੈਕਸਟ ਕੁਐਸਚਨ ਕੀ ਹੈ, ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਦ ਪ੍ਰੈਜ਼ੀਡੈਂਟ ਆਫ ਇੰਡੀਆ ਕੈਨ ਡਿਜ਼ੋਲਵ ਦ ਲੋਕ ਸਭਾ, ਹੁਣ ਲੋਕ ਸਭਾ ਨੂੰ ਭੰਗ ਕੌਣ ਕਰਦਾ, ਪ੍ਰੈਜ਼ੀਡੈਂਟ ਆਫ ਇੰਡੀਆ, ਕਿਸ ਦੀ ਸਲਾਹ ਨਾਲ ਕਰਤੇ, ਕੌਣ ਰਿਕਮੈਂਡਡ ਕਰਦਾ ਹੈ, ਕੈਬਨਿਟ, ਅਗਰ ਕੈਬਨਿਟ ਆਨਸਰ ਆ ਜਾਂਦਾ ਕੈਬਨਿਟ ਸਹੀ ਹੈ, ਬਿਲਕੁਲ ਸਹੀ ਹੈ, ਠੀਕ ਹੈ। ਅਗਰ ਕੈਬਨਿਟ ਜਗ੍ਹਾ ਤੁਹਾਡੇ ਕੋਲ PM ਆਨਸਰ ਹੁੰਦਾ, PM ਆਪਸ਼ਨ 'ਚ ਹੁੰਦਾ, ਤਾਂ PM ਵੀ ਰਾਈਟ ਆਨਸਰ ਸੀਗਾ, ਮੀਨਸ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਲੋਕ ਸਭਾ ਨੂੰ ਭੰਗ ਕੀਤਾ ਜਾਂਦਾ ਹੈ, ਠੀਕ ਹੈ। ਤਾਂ ਉਹ ਸਾਰੀ ਕੈਬਨਿਟ ਡਿਸਾਈਡ ਕਰਦੀ ਹੈ ਅਤੇ ਉਸ PM ਦੀ ਸਲਾਹ ਨਾਲ ਭੰਗ ਕੀਤਾ ਜਾਂਦਾ, ਡਿਜ਼ੋਲਵ ਕੀਤਾ ਜਾਂਦਾ, ਠੀਕ ਹੈ ਰਾਜੇ। ਚਲੋ ਇਹ ਤੁਸੀਂ ਕੁਐਸਚਨ ਕਰ ਲਿਆ ਅਤੇ ਕਾਫੀ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ। ਚਲੋ ਨੈਕਸਟ ਕੁਐਸਚਨ ਕਰੀਏ, ਨੈਕਸਟ ਕੁਐਸਚਨ ਕੀ ਹੈ, ਵਿਚ ਵਨ ਆਫ ਦ ਫੋਲੋਇੰਗ ਸਟੇਟਮੈਂਟਸ ਅਬਾਊਟ ਦ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਨਾਟ ਕਰੈਕਟ, ਹੁਣ ਕਰੈਕਟ ਨਹੀਂ ਹੈਗੀਆਂ, ਤਾਂ ਕਿਹੜੀ ਕਰੈਕਟ ਨਹੀਂ ਹੈਗੀ, ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ, ਕਿਹੜੀ ਕਰੈਕਟ ਨਹੀਂ ਹੈਗੀ, ਠੀਕ ਹੈ। ਤਾਂ ਤੁਸੀਂ ਇਹ ਦੇਖੋ ਕਿਹੜੀ ਕਰੈਕਟ ਨਹੀਂ ਹੈਗੀ ਰਾਜੇ, ਤਾਂ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ, ਠੀਕ ਹੈ, ਕਿਹੜੀ ਕਰੈਕਟ ਨਹੀਂ ਹੈਗੀ ਇਹਦੇ 'ਚ। ਜੇ ਇਹਦੇ ਦੇਖੀਏ ਤਾਂ ਇੱਕ ਆਪਣੇ ਸੰਵਿਧਾਨ ਦਾ ਪਾਠ, ਪਾਰਲੀਮੈਂਟ ਦਾ ਪਾਠ ਹੈਗਾ ਹੀ ਹੈਗਾ, ਪਰ ਕਿਸੇ ਕਹਿ ਦਿਓ ਲੋਕ ਸਭਾ ਜਾਂ ਇੱਕ ਸੰਸਦ ਦਾ ਹਿੱਸਾ ਹੈਗਾ, ਠੀਕ ਹੈ, ਸੰਸਦ ਦਾ ਹਿੱਸਾ ਤਾਂ ਹੈਗਾ ਹੀ ਹੈਗਾ, ਠੀਕ ਹੈ ਰਾਜੇ। ਉਸ ਤੋਂ ਇਲਾਵਾ ਹੀ ਪਾਰਟੀਸਪੇਟ ਇਨ ਦ ਡਿਸਕਸ਼ਨ ਆਫ ਦ ਬੋਥ ਹਾਊਸਸ, ਦੋਨੋਂ ਹਾਊਸਸ ਦੇ ਡਿਸਕਸ਼ਨ ਦੇ ਵਿੱਚ ਉਹ ਨਹੀਂ ਕਰਦਾ, ਡਿਸਕਸ਼ਨ ਦੇ ਵਿੱਚ ਉਹ ਹਿੱਸਾ ਨਹੀਂ ਲੈਂਦਾ ਰਾਜੇ, ਤਾਂ ਡਿਸਕਸ਼ਨ ਦੇ ਵਿੱਚ ਉਹ ਡਿਸਕਸ਼ਨ ਨਹੀਂ ਕਰਦਾ, ਇਹ ਬਿਲਕੁਲ ਸਹੀ ਹੈ, ਠੀਕ ਹੈ। ਇਸ ਤੋਂ ਇਲਾਵਾ ਹੀ ਐਡਰੈਸ ਦਾ ਜੁਆਇੰਟ ਮੀਟਿੰਗ, ਜੁਆਇੰਟ ਮੀਟਿੰਗ ਨੂੰ ਡਿਸਕਸ ਕਰਦਾ ਹੈ, ਜੁਆਇੰਟ ਮੀਟਿੰਗ ਹਰ ਸਾਲ ਹੁੰਦੀ, ਠੀਕ ਹੈ। ਇਸ ਤੋਂ ਇਲਾਵਾ ਆਰਡੀਨੈਂਸ ਉਹਨੂੰ ਉਹ ਵੀ ਲਗਾਉਂਦਾ ਹੈ, ਠੀਕ ਹੈ, ਠੀਕ ਹੈ ਰਾਜੇ। ਤਾਂ ਇਸ ਤੋਂ ਇਲਾਵਾ ਆਪਾਂ ਜੇ B ਵੇਖਾਂਗੇ ਤਾਂ B ਦੇ ਵਿੱਚ ਇਹ ਆਪਸ਼ਨ ਗਲਤ ਸਾਬਤ ਹੋ ਰਹੀ ਹੈ, ਠੀਕ ਹੈ। ਚਲੋ ਸੌਰੀ ਇੱਕ ਆਨਸਰ ਆ ਗਿਆ, ਇੱਕ ਮਿੰਟ ਆਪਾਂ ਨੈਕਸਟ ਕਰਨਾ ਹੈ। 9ਵਾਂ, ਹੁਣ 9ਵੇਂ ਦੇ ਉੱਪਰ ਕੀ ਹੈਗਾ, 9ਵੇਂ ਕੁਐਸਚਨ ਦੇ ਉੱਪਰ ਕੀ ਹੈਗਾ, ਦ ਜੁਆਇੰਟ ਸਿਟਿੰਗ ਆਫ ਦ ਲੋਕ ਸਭਾ ਐਂਡ ਰਾਜ ਸਭਾ ਅੰਡਰ ਲੋਕ ਸਭਾ ਅਤੇ ਰਾਜ ਸਭਾ ਦੀ ਜੋ ਜੁਆਇੰਟ ਮੀਟਿੰਗ ਹੁੰਦੀ ਹੈ, ਦੋਨਾਂ ਸਦਨਾਂ ਦੀ ਜੁਆਇੰਟ ਮੀਟਿੰਗ ਹੁੰਦੀ ਹੈ, ਤਾਂ ਉਹ ਕਿਸ ਕੇਸ ਵਿੱਚ ਹੁੰਦੀ ਹੈ, ਮੰਨ ਕੇ ਚਲੋ ਇੱਕ ਸਦਨ ਕੋਈ ਬਿੱਲ ਪਾਸ ਨਹੀਂ ਕਰ ਰਿਹਾ, ਤਾਂ ਇੱਕ ਸਦਨ ਨੇ ਪਾਸ ਕਰਤਾ, ਮੰਨ ਕੇ ਚਲੋ ਲੋਕ ਸਭਾ ਨੇ ਪਾਸ ਕਰਤਾ ਪਰ ਰਾਜ ਸਭਾ ਪਾਸ ਨਹੀਂ ਕਰ ਰਿਹਾ, ਠੀਕ ਹੈ। ਹੁਣ ਰਾਜ ਸਭਾ ਪਾਸ ਨਹੀਂ ਕਰ ਰਿਹਾ ਤਾਂ ਉਸ ਕੇਸ ਵਿੱਚ ਕੀ ਹੁੰਦਾ, ਦੋਨਾਂ ਸਦਨ ਦੀ ਇੱਕ ਜੁਆਇੰਟ ਮੀਟਿੰਗ ਬੁਲਾ ਲਈ ਜਾਂਦੀ ਹੈ। ਜੁਆਇੰਟ ਮੀਟਿੰਗ ਬੁਲਾਉਂਦਾ ਕੌਣ ਹੈ, ਉਸਨੂੰ ਸੱਦਦਾ ਕੌਣ ਹੈਗਾ, ਠੀਕ ਹੈ। ਤਾਂ ਸੱਦੇਗਾ ਪ੍ਰੈਜ਼ੀਡੈਂਟ ਆਫ ਇੰਡੀਆ, ਠੀਕ ਹੈ, ਕੌਣ ਬੁਲਾਏਗਾ, ਕੌਣ ਪ੍ਰੈਜ਼ੀਡੈਂਟ ਆਫ ਇੰਡੀਆ, ਬਟ ਨੂੰ ਪ੍ਰੋਸੀਡ ਕੌਣ ਕਰੇਗਾ, ਠੀਕ ਹੈ, ਪ੍ਰੋਸਾਈਡਡ ਕੌਣ ਕਰੇਗਾ, ਉਹ ਕਰੇਗਾ ਆਪਣਾ ਸਪੀਕਰ ਆਫ ਦ ਲੋਕ ਸਭਾ ਦਾ ਸਪੀਕਰ ਕਰੇਗਾ ਜੀ, ਇਹ ਗੱਲ ਯਾਦ ਰੱਖਣੀ, ਸਪੀਕਰ ਆਫ ਦ ਲੋਕ ਸਭਾ ਕਰੇਗਾ। ਕਿ ਸਪੀਕਰ ਨਹੀਂ ਹੈਗਾ ਤਾਂ ਡਿਪਟੀ ਸਪੀਕਰ ਕਰੇਗਾ, ਕੌਣ ਕਰੇਗਾ, ਡਿਪਟੀ ਸਪੀਕਰ ਕਰੇਗਾ, ਡਿਪਟੀ ਸਪੀਕਰ ਆਫ ਲੋਕ ਸਭਾ। ਜੇ ਡਿਪਟੀ ਸਪੀਕਰ ਵੀ ਨਹੀਂ ਹੈਗਾ ਪ੍ਰੈਜ਼ੀਡੈਂਟ, ਫਿਰ ਕੌਣ ਕਰੇਗਾ, ਡਿਪਟੀ ਚੇਅਰਮੈਨ, ਕੌਣ ਕਰੇਗਾ, ਡਿਪਟੀ ਚੇਅਰਮੈਨ ਆਫ ਦ ਰਾਜ ਸਭਾ, ਡਿਪਟੀ ਚੇਅਰਮੈਨ ਆਫ ਦ ਰਾਜ ਸਭਾ ਕਰੇਗਾ, ਠੀਕ ਹੈ, ਇਹ ਗੱਲ ਧਿਆਨ ਰੱਖਿਆ, ਠੀਕ ਹੈ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ, ਨੈਕਸਟ ਕੁਐਸਚਨ ਕੀ ਆਪਣੇ ਕੋਲ, ਹੁਣ ਕੁਐਸਚਨ ਆ ਗਿਆ ਪੋਕਟ ਵੀਟੋ, ਜੋ ਰਾਸ਼ਟਰਪਤੀ ਕੋਲ ਪੋਕਟ ਵੀਟੋ ਹੁੰਦੀ ਹੈ ਉਸਦੀ ਯੂਜ਼ ਕਿਸ ਰਾਸ਼ਟਰਪਤੀ ਦੁਆਰਾ ਕੀਤਾ ਗਿਆ ਸੀ ਰਾਜੇ, ਗਿਆਨੀ ਜੈਲ ਸਿੰਘ ਜੀ ਦੁਆਰਾ ਕੀਤਾ ਗਿਆ ਸੀ। ਕਿਸ ਰਾਸ਼ਟਰਪਤੀ ਕੀਤਾ ਗਿਆ ਸੀ, ਗਿਆਨੀ ਜੈਲ ਸਿੰਘ ਦੁਆਰਾ ਕੀਤਾ ਗਿਆ ਸੀ, ਗੱਲ ਯਾਦ ਰੱਖਣੀ। ਹੁਣ ਗਿਆਨੀ ਜੈਲ ਸਿੰਘ ਦਾ ਅਸਲ ਨਾਮ ਕੀ ਸੀ, ਗਿਆਨੀ ਜੈਲ ਸਿੰਘ ਅਸਲ ਨਾਮ ਹੈਗਾ ਸੀ ਜਰਨੈਲ ਸਿੰਘ, ਕੀ ਨਾਮ ਸੀ ਰਾਜੇ, ਜਰਨੈਲ ਸਿੰਘ, ਗੱਲ ਯਾਦ ਨਹੀਂ, ਕੀ ਨਾਮ ਸੀ, ਜਰਨੈਲ ਸਿੰਘ ਨਾਮ ਸੀ ਰਾਜੇ, ਠੀਕ ਹੈ। ਉਸ ਤੋਂ ਇਲਾਵਾ ਜੇ ਕੁਐਸਚਨ ਕਈ ਵਾਰ ਪੁੱਛਣੇ ਹੁੰਦੇ ਨੇ, ਕਿਸ ਕੇਸ ਵਿੱਚ ਕਿਹੜਾ ਬਿੱਲ ਸੀ ਜਿਸ ਵਿੱਚ ਉਹਨਾਂ ਨੇ ਆਪਣੀ ਪੋਕਟ ਵੀਟੋ ਦਾ ਇਸਤੇਮਾਲ ਕੀਤਾ ਸੀ, ਤਾਂ ਉਹ ਕੇਸ ਕਿਹੜਾ ਹੈਗਾ ਸੀਗਾ, ਇੰਡੀਅਨ
ਕੀ ਸੀ ਰਾਜੇ ਇੰਡੀਅਨ ਪੋਸਟ ਆਫਿਸ ਅਮੈਂਡਮੈਂਟ ਬਿੱਲ ਹੈਗਾ ਸੀ, ਉਸ ਦੇ ਕੇਸ ਵਿੱਚ ਇਹਨਾਂ ਨੇ 1986 ਦੇ ਵਿੱਚ ਇਹ ਕੀਤਾ ਸੀ। ਕਦੋਂ ਕੀਤਾ ਸੀ? 1986 'ਚ ਕੀਤਾ ਸੀ। ਠੀਕ ਹੈ ਰਾਜੇ। ਤਾਂ ਗਿਆਨੀ ਜੈਲ ਸਿੰਘ ਜੋ ਸੀ ਉਹ ਆਪਣੇ 7ਵੇਂ ਪ੍ਰੈਜ਼ੀਡੈਂਟ ਆਫ ਇੰਡੀਆ ਸੀ। 7ਵੇਂ ਪ੍ਰੈਜ਼ੀਡੈਂਟ ਆਫ ਇੰਡੀਆ ਸੀ। ਠੀਕ ਹੈ ਰਾਜੇ। ਕਿਸ ਸਾਲ ਵਿੱਚ ਰਹੇ ਨੇ? 1982 ਤੋਂ ਲੈ ਕੇ 1987 ਤੱਕ ਇਹਨਾਂ ਨੇ ਪ੍ਰੈਜ਼ੀਡੈਂਟ ਦੀ ਪੋਸਟ 'ਤੇ ਰਹੇ ਨੇ। ਠੀਕ ਹੈ। ਇਸ ਤੋਂ ਪਹਿਲਾਂ ਕੀ ਸੀ? ਇਹ CM ਆਫ ਪੰਜਾਬ ਸੀ। ਇਸ ਤੋਂ ਪਹਿਲਾਂ ਪੰਜਾਬ ਦੇ CM ਵੀ ਰਹੇ ਨੇ। CM ਕਦੋਂ ਰਹੇ ਨੇ ਰਾਜੇ? 1972 ਤੋਂ ਲੈ ਕੇ 77 ਤੱਕ CM ਆਫ ਪੰਜਾਬ ਰਹੇ ਨੇ। ਠੀਕ ਹੈ। CM ਆਫ ਪੰਜਾਬ ਰਹੇ ਨੇ। ਅਤੇ ਰਾਸ਼ਟਰਪਤੀ ਕਦੋਂ ਰਹੇ ਨੇ? 7ਵੇਂ ਪ੍ਰੈਜ਼ੀਡੈਂਟ ਰਹੇ ਨੇ ਆਪਣੇ 82 ਤੋਂ 87। ਠੀਕ ਹੈ ਰਾਜੇ। ਚਲੋ ਨੈਕਸਟ ਕੁਐਸਚਨ ਆਪਾਂ SST ਮਾਸਟਰ ਕੇਡਰ ਦਾ ਜਿਹਨਾਂ ਨੇ MCQ ਬੈਚ ਲੈਣਾ ਰਾਜੇ ਉਹ ਸਾਡੀ ਐਪ ਤੋਂ ਲੈ ਸਕਦੇ ਨੇ। ਪੋਲਿਟੀ ਐਂਡ ਹਿਸਟਰੀ ਦੇ ਇੰਪੋਰਟੈਂਟ ਸੈਸ਼ਨਸ ਚੱਲ ਰਹੇ ਨੇ। ਇੰਪੋਰਟੈਂਟ MCQ ਬੇਸਡ ਵੀਡੀਓ ਕਲਾਸਿਸ ਨੇ। ਡਾਊਨਲੋਡ ਸਟੱਡੀ ਮਟੀਰੀਅਲ ਦੇ 1499 ਫੀਸ ਹੈ। ਤੁਸੀਂ ਇਸ ਨੂੰ ਲੈ ਕੇ ਆਪਣਾ ਤਿਆਰੀ ਵਧੀਆ ਢੰਗ ਨਾਲ ਕਰ ਸਕਦੇ ਹੋ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖੋ ਜੀ। ਹਾਂਜੀ, ਤਾਂ ਉਹੀ ਕੁਐਸਚਨ ਆ ਗਿਆ ਵੀ ਕਿਸ ਕੇਸ ਵਿੱਚ ਇਹਨਾਂ ਨੇ ਆਪਣੀ ਪ੍ਰੈਜ਼ੀਡੈਂਟ ਨੇ ਆਪਦੀ ਵੀਟੋ ਪਾਵਰ ਦਾ ਯੂਜ਼ ਕੀਤਾ ਸੀ। ਕਿਸ ਕੇਸ ਵਿੱਚ ਕੀਤਾ ਸੀਗਾ? ਇੰਡੀਅਨ ਪੋਸਟ ਆਫਿਸ ਅਮੈਂਡਮੈਂਟ ਬਿੱਲ ਵਿੱਚ ਕੀਤਾ ਸੀ। ਕਦੋਂ ਕੀਤਾ ਸੀ? 1986 'ਚ ਕੀਤਾ ਸੀ। ਇਹ ਗੱਲ ਤੁਸੀਂ ਯਾਦ ਰੱਖ ਲੈਣ। ਠੀਕ ਹੈ। ਚਲੋ ਨੈਕਸਟ ਕੁਐਸਚਨ ਕੀ ਹੈ ਜੀ? ਨੈਕਸਟ ਕੁਐਸਚਨ ਹੈਗਾ ਹੂ ਅਮੰਗ ਦਾ ਫੋਲੋਇੰਗ ਹੈਜ਼ ਦਾ ਪਾਵਰ ਵਿਦ ਹੋਲਡ। ਹੁਣ ਕਹਿ ਦਿਓ ਵੀ ਇੱਕ ਪਾਰਲੀਮੈਂਟ ਜਦੋਂ ਦੋਨੋਂ ਹਾਊਸ ਸਦਨ ਕੋਈ ਵੀ ਬਿੱਲ ਨੂੰ ਪਾਸ ਕਰਦੇ ਨੇ, ਕੋਈ ਵੀ ਹਾਊਸ ਦੋਨੋਂ ਬਿੱਲ ਨੂੰ ਪਾਸ ਕਰਦੇ ਨਾ, ਤਾਂ ਹੁਣ ਹੋਲਡ ਕਰਨ ਦੀ ਸਮਰੱਥਾ, ਹੋਲਡ ਕਰਨ ਦੀ ਪਾਵਰ ਕਿਸ ਕੋਲ ਹੁੰਦੀ ਹੈ? ਹੋਲਡ ਕਰਨ ਦੀ ਪਾਵਰ ਕਿਸ ਕੋਲ ਹੋਵੇਗੀ ਰਾਜੇ? ਰਾਸ਼ਟਰਪਤੀ ਕੋਲ ਹੋਵੇਗੀ। ਹੋਲਡ ਕਰਨ ਦੀ ਪਾਵਰ ਰਾਸ਼ਟਰਪਤੀ ਕੋਲ ਹੋਵੇਗੀ। ਇਹ ਗੱਲ ਯਾਦ ਰੱਖ ਲੈਣੀ। ਠੀਕ ਹੈ। ਰਾਸ਼ਟਰਪਤੀ ਕੋਲ ਹੋਲਡ ਕਰਨ ਦੀ, ਬਿੱਲ ਨੂੰ ਹੋਲਡ 'ਤੇ ਪਾ ਕੇ ਰੱਖਣ ਦੀ ਪਾਵਰ ਹੁੰਦੀ ਹੈ। ਠੀਕ ਹੈ ਰਾਜੇ। ਤਾਂ ਉਹ ਵਾਪਸ ਭੇਜ ਸਕਦਾ ਹੈ। ਅਗਰ ਵਾਪਸ ਦੁਬਾਰਾ ਇੱਕ ਮੰਨ ਕੇ ਚਲੋ ਲੋਕ ਸਭਾ ਅਤੇ ਰਾਜ ਸਭਾ ਨੇ ਬਿੱਲ ਪਾਸ ਕਰਕੇ ਭੇਜਤਾ। ਠੀਕ ਹੈ। ਕਿਸ ਕੋਲ ਗਿਆ? ਰਾਸ਼ਟਰਪਤੀ ਕੋਲ ਗਿਆ। ਪਰ ਰਾਸ਼ਟਰਪਤੀ ਨੇ ਦੁਬਾਰਾ ਫਿਰ ਭੇਜਤਾ। ਅਗਰ ਦੁਬਾਰਾ ਫਿਰ ਇਹਨਾਂ ਨੇ ਭੇਜਤਾ ਤਾਂ ਰਾਸ਼ਟਰਪਤੀ ਨੂੰ ਸਾਈਨ ਕਰਨੇ ਹੀ ਪੈਂਦੇ ਨੇ। ਠੀਕ ਹੈ ਰਾਜੇ। ਇਹ ਗੱਲ ਧਿਆਨ ਰੱਖਣੀ। ਠੀਕ ਹੈ। ਚਲੋ ਨੈਕਸਟ ਕੁਐਸਚਨ ਕੀ ਰਾਜੇ? ਹਾਂਜੀ, ਨੈਕਸਟ ਕੁਐਸਚਨ ਹੈਗਾ ਅੰਡਰ ਵਿਚ ਆਰਟੀਕਲ ਆਫ ਇੰਡੀਅਨ ਕੰਸਟੀਟਿਊਸ਼ਨ। ਹਾਂਜੀ, ਇੰਡੀਅਨ ਕੰਸਟੀਟਿਊਸ਼ਨ ਦੇ ਵਿੱਚ ਉਹਨਾਂ ਨੇ ਇਹ ਕਿਸ ਆਰਟੀਕਲ ਦੇ ਵਿੱਚ, ਹੁਣ ਪੁੱਛਣਾ ਚਾਹੁੰਦਾ ਕਿਸ ਆਰਟੀਕਲ ਦੇ ਵਿੱਚ ਜੋ ਪ੍ਰੈਜ਼ੀਡੈਂਟ ਜਦੋਂ ਪਾਵਰ ਨੂੰ ਇੰਜੋਏ ਕਰਦਾ ਹੈਗਾ, ਕਿਹੜੀ ਪਾਵਰ ਨੂੰ ਇੰਜੋਏ ਕਰਦਾ ਹੈਗਾ? ਬਿੱਲ ਨੂੰ ਹੋਲਡ ਕਰਨ ਦੀ ਪਾਵਰ ਨੂੰ ਇੰਜੋਏ ਕਰਨਾ। ਬਿੱਲ ਨੂੰ ਹੋਲਡ ਕਰਨ ਦੀ ਪਾਵਰ ਨੂੰ ਇੰਜੋਏ ਕਰਨਾ ਹੈ, ਕਰ ਰਿਹਾ ਹੈ ਨਾ। ਤਾਂ ਉਹ ਕਿਸ ਆਰਟੀਕਲ 'ਚ ਕਰ ਰਿਹਾ? ਕਿਸ ਆਰਟੀਕਲ 'ਚ ਕਰ ਰਿਹਾ ਰਾਜੇ? ਤਾਂ ਉਹ ਆਰਟੀਕਲ ਹੈਗਾ 111 ਮੀਨਸ 111। 111 ਆਰਟੀਕਲ ਦੇ ਵਿੱਚ ਪਾਰਲੀਮੈਂਟ ਦੇ ਬਿੱਲ ਨੂੰ ਰੋਕਣ ਦੀ ਸਮਰੱਥਾ ਹੈਗੀ ਹੈ। ਇਹ ਗੱਲ ਤੁਸੀਂ ਯਾਦ ਰੱਖ ਲੈਣਾ, ਕਾਫੀ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ। ਚਲੋ ਨੈਕਸਟ 14ਵਾਂ ਕੁਐਸਚਨ ਕੀ? ਹੁਣ ਵਰਡਿੰਗ ਤੋਂ ਲੱਗ ਰਿਹਾ ਹੋਵੇਗਾ ਕੁਐਸਚਨ ਬਹੁਤ ਔਖੇ ਨੇ, ਮਾਸਟਰ ਕੇਡਰ ਤੇ ਲੈਵਲ ਦੇ ਕੁਐਸਚਨ ਤੋਂ ਲੈਵਲ ਉੱਪਰ ਜਾ ਰਿਹਾ, ਬਟ ਨਹੀਂ, ਵਰਡਿੰਗ ਪੜ੍ਹੋਗੇ, ਆਰਾਮ ਨਾਲ ਪੜ੍ਹੋਗੇ ਤਾਂ ਮਾਸਟਰ ਕੇਡਰ ਦੇ ਅਕੋਰਡਿੰਗ ਦੇ ਕੁਐਸਚਨ ਹੈਗੇ ਰਾਜੇ। ਠੀਕ, ਲੈਵਲ ਦੇ ਅਕੋਰਡਿੰਗ ਦੇ ਕੁਐਸਚਨ ਨੇ। ਹੁਣ ਤੁਸੀਂ ਅੱਗੇ ਦੇਖੋ ਅੰਡਰ ਵਿਚ ਆਰਟੀਕਲ। ਹੁਣ ਕਿਸ ਆਰਟੀਕਲ ਦੇ ਵਿੱਚ ਆਰਡੀਨੈਂਸ, ਕੋਈ ਵੀ ਆਰਡੀਨੈਂਸ ਪੇਸ਼ ਕਰਨਾ ਰਾਸ਼ਟਰਪਤੀ ਨੇ। ਠੀਕ ਹੈ। ਕੋਈ ਵੀ ਆਰਡੀਨੈਂਸ ਪੇਸ਼ ਕਰਨਾ ਹੈ ਤਾਂ ਉਹ ਆਰਡੀਨੈਂਸ ਜਿਹੜਾ ਹੈਗਾ ਹੈ, ਆਰਡੀਨੈਂਸ ਪੇਸ਼ ਕਰਨਾ ਹੈ। ਠੀਕ ਹੈ। ਤਾਂ ਇਲੈਕਟੋਰਲ ਰਿਫਾਰਮ, ਹਾਂ, ਤਾਂ ਇਹਨਾਂ ਨੇ ਕੀ ਕਿਹਾ? ਇਹਨਾਂ ਕਿਹਾ ਵੀ ਅੰਡਰ ਵਿਚ ਆਰਟੀਕਲ ਆਫ ਇੰਡੀਅਨ ਕੰਸਟੀਟਿਊਸ਼ਨ ਡਿਡ ਪ੍ਰੈਜ਼ੀਡੈਂਟ ਹੈਵ ਇਟਸ ਅਸੈਂਟ ਟੂ ਦਾ ਆਰਡੀਨੈਂਸ on electoral reforms when it sent back to him by the union cabinet without making any charge। ਠੀਕ ਹੈ। ਵਿਦਾਊਟ ਬਿਨਾਂ ਕਿਸੇ ਚਾਰਜ ਤੋਂ ਕੋਈ ਵੀ ਆਰਡੀਨੈਂਸ, ਉਹਨੇ ਕੋਈ ਬਿੱਲ ਭੇਜਿਆ, ਆਰਡੀਨੈਂਸ ਭੇਜਿਆ। ਠੀਕ ਹੈ। ਰਾਸ਼ਟਰਪਤੀ ਕੋਲ ਸਾਈਨ ਲਈ ਭੇਜਿਆ, ਰਾਸ਼ਟਰਪਤੀ ਦੁਬਾਰਾ ਵਾਪਸ ਭੇਜ ਦਿੰਦਾ ਕੈਬਨਿਟ ਨੂੰ। ਅਗਰ ਪਰ ਕੈਬਨਿਟ ਕੋਈ ਬਦਲਾਵ ਨਹੀਂ ਕਰਦੀ, ਠੀਕ ਹੈ, ਤਾਂ ਉਹ ਕਿਹੜੀ ਪਾਵਰ ਜਿਹੜੀ ਹੈਗੀ ਹੈ ਦੁਬਾਰਾ ਭੇਜਣ ਦੀ ਪਾਵਰ, ਤਾਂ ਕਿਸ ਆਰਟੀਕਲ ਦੇ ਵਿੱਚ ਰਾਜੇ ਹੈਗੀ? ਕਿਹੜਾ ਆਰਟੀਕਲ ਹੈ ਰਾਜੇ? ਹੈਗਾ 123 ਆਰਟੀਕਲ। ਕਿਹੜਾ 123 ਆਰਟੀਕਲ ਦੇ ਵਿੱਚ ਹੈਗਾ। ਠੀਕ ਹੈ ਰਾਜੇ। ਤਾਂ ਤੁਸੀਂ 123 ਆਰਟੀਕਲ ਨੂੰ ਧਿਆਨ ਵਿੱਚ ਰੱਖਣਾ ਹੈ ਤਾਂ ਚੰਗੀ ਤਰ੍ਹਾਂ ਕਰਨਾ ਹੈ। ਚਲੋ ਨੈਕਸਟ ਕੁਐਸਚਨ ਕੀ ਆਪਣੇ ਕੋਲ? ਨੈਕਸਟ ਕੁਐਸਚਨ ਹੈਗਾ ਔਨ ਵਿਚ ਮੈਟਰ। ਕਿਸ ਮੈਟਰ ਦੇ ਵਿੱਚ, ਮੰਨ ਕੇ ਚਲੋ ਕਿਸ ਮੈਟਰ ਦੇ ਵਿੱਚ ਉਹਨਾਂ ਕੀ ਕਿਹਾ? ਔਨ ਵਿਚ ਮੈਟਰ ਇਟ ਇਜ਼ ਨੋਟ ਦਾ essential to take advice from the council of ministers for the president। ਮੀਨਸ ਵੀ ਕਾਊਂਸਲ ਆਫ ਮਿਨਿਸਟਰ ਕਿਸ ਮਾਮਲੇ ਵਿੱਚ ਰਾਸ਼ਟਰਪਤੀ ਲਈ ਮੰਤਰੀ ਮੰਡਲ, ਕੋਈ ਵੀ ਮੰਤਰੀ ਮੰਡਲ ਹੈਗਾ, ਮੰਤਰੀ ਮੰਡਲ ਤੋਂ ਸਲਾਹ ਲੈਣੀ ਜ਼ਰੂਰੀ ਨਹੀਂ। ਹੁਣ ਕਿਸ ਨੂੰ ਕੋਈ ਵੀ ਬਿੱਲ ਵਿੱਚ ਰਜਾਮੰਦੀ ਲਈ, ਅਸੈਂਟ ਕੀ ਹੁੰਦਾ ਹੈ? ਠੀਕ ਹੈ। ਰਜਾਮੰਦੀ ਲਈ ਜ਼ਰੂਰੀ ਨਹੀਂ ਰਾਜੀ। ਠੀਕ ਹੈ ਰਾਜੀ। ਚਲੋ ਨੈਕਸਟ ਕੁਐਸਚਨ ਕੀ ਹੈ ਜੀ? ਨੈਕਸਟ ਕੁਐਸਚਨ ਹੈਗਾ ਵੀ, ਨੈਕਸਟ ਕੁਐਸਚਨ ਵੀ ਕਾਫੀ ਇੰਪੋਰਟੈਂਟ ਹੈਗਾ।
ਨੈਕਸਟ ਕੁਐਸਚਨ ਹੈਗਾ ਵੀ ਜੋ ਇੱਕ ਆਰਡੀਨੈਂਸ ਹੁੰਦਾ ਹੈ ਪ੍ਰੈਜ਼ੀਡੈਂਟ ਮਸਟ ਬੀ ਪਲੇਸਡ ਬਿਫੋਰ ਦਾ ਪਾਰਲੀਮੈਂਟ ਵਿਦਿਨ ਟਾਈਮ ਫਰੇਮ ਆਫਟਰ ਦਾ ਸਟਾਰਟ ਆਫ ਸੈਸ਼ਨ। ਮੀਨਸ ਇੱਕ ਕਹਿ ਦੋ ਰਾਸ਼ਟਰਪਤੀ ਇੱਕ ਆਰਡੀਨੈਂਸ ਜਾਰੀ ਕਰਦਾ ਸੰਸਦ ਨੂੰ, ਸੰਸਦ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿਸ ਸਮੇਂ ਦੇ ਅੰਦਰ ਰੱਖਿਆ ਜਾਣਾ ਚਾਹੀਦਾ ਹੈ। ਠੀਕ ਹੈ, ਮੀਨਸ ਕਹਿਣ ਦਾ ਮਤਲਬ ਹੈਗਾ ਰਾਸ਼ਟਰਪਤੀ ਦੁਆਰਾ ਜਾਰੀ ਆਰਡੀਨੈਂਸ ਨੂੰ ਸੰਸਦ ਦੇ ਸੈਸ਼ਨ ਦੇ ਸ਼ੁਰੂ ਹੋਣ ਤੋਂ ਬਾਅਦ ਕਿਸ ਸਮੇਂ ਦੇ ਵਿੱਚ ਰੱਖਿਆ ਜਾਣਾ ਚਾਹੀਦਾ। ਕਿਸ ਸਮੇਂ ਦੇ ਵਿੱਚ ਆਰਡੀਨੈਂਸ, ਕੋਈ ਵੀ ਆਰਡੀਨੈਂਸ ਦੇਣਾ ਹੈ, ਕਿਸ ਸਮੇਂ 'ਚ ਰੱਖਣਾ ਚਾਹੀਦਾ? 6 ਵੀਕ ਦੇ ਵਿੱਚ ਰੱਖਿਆ ਜਾਣਾ ਚਾਹੀਦਾ। ਠੀਕ ਹੈ, ਚਲੋ ਨੈਕਸਟ ਕੁਐਸਚਨ ਕੀ ਹੈ? ਨੈਕਸਟ ਕੁਐਸਚਨ ਹੈਗਾ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਅਪੋਇੰਟਡ ਬਾय ਦ ਪ੍ਰੈਜ਼ੀਡੈਂਟ। ਹੁਣ ਪ੍ਰੈਜ਼ੀਡੈਂਟ ਆਫ ਇੰਡੀਆ ਕਿਸ ਨੂੰ ਅਪੋਇੰਟ ਨਹੀਂ ਕਰਦਾ? ਰਾਜ ਵਾਈਸ ਪ੍ਰੈਜ਼ੀਡੈਂਟ ਨੂੰ ਅਪੋਇੰਟ ਕਰਦਾ। ਵਾਈਸ ਪ੍ਰੈਜ਼ੀਡੈਂਟ ਨੂੰ ਅਪੋਇੰਟ ਕਰੇਗਾ। ਠੀਕ ਹੈ, ਵਾਈਸ ਪ੍ਰੈਜ਼ੀਡੈਂਟ ਨੂੰ ਅਪੋਇੰਟ ਕਰੇਗਾ। ਇਸ ਤੋਂ ਇਲਾਵਾ ਵਾਈਸ ਪ੍ਰੈਜ਼ੀਡੈਂਟ ਨੂੰ ਅਪੋਇੰਟ ਕਰੇਗਾ ਕਿ ਨਹੀਂ ਕਰੇਗਾ? ਨਹੀਂ ਕਰੇਗਾ। ਵਾਈਸ ਪ੍ਰੈਜ਼ੀਡੈਂਟ ਨੂੰ ਅਪੋਇੰਟ ਨਹੀਂ ਕਰੇਗਾ ਰਾਜੀ, ਪ੍ਰੈਜ਼ੀਡੈਂਟ ਨੂੰ ਅਪੋਇੰਟ ਕਰੇਗਾ, ਗਵਰਨਰ ਨੂੰ ਅਪੋਇੰਟ ਕਰੇਗਾ, ਇਲੈਕਸ਼ਨ ਕਮਿਸ਼ਨ ਨੂੰ ਕਰੇਗਾ, ਬਟ ਵਾਈਸ ਪ੍ਰੈਜ਼ੀਡੈਂਟ ਨੂੰ ਕਰੇਗਾ। ਵਾਈਸ ਪ੍ਰੈਜ਼ੀਡੈਂਟ ਨੂੰ ਦੋਨੋਂ ਹਾਊਸ ਲੋਕ ਸਭਾ ਪਲੱਸ ਰਾਜ ਸਭਾ ਵਿੱਚ ਕੀ ਹੈਗਾ ਹੈ ਸਿੰਗਲ ਟਰਾਂਸਫਰੇਬਲ ਵੋਟ ਤੋਂ ਬਾਅਦ ਚੁਣਿਆ ਜਾਂਦਾ ਰਾਜੇ। ਕਿਸ ਤੋਂ ਬਾਅਦ? ਸਿੰਗਲ ਟਰਾਂਸਫਰੇਬਲ ਵੋਟ ਤੋਂ ਬਾਅਦ ਚੁਣਿਆ ਜਾਂਦਾ ਹੈ। ਤਾਂ ਰਾਸ਼ਟਰਪਤੀ ਵਾਈਸ ਪ੍ਰੈਜ਼ੀਡੈਂਟ ਨੂੰ ਨਹੀਂ ਚੁਣਦਾ, ਇਹ ਗੱਲ ਯਾਦ ਰੱਖ ਲੈਣੀ। ਠੀਕ ਹੈ, ਚਲੋ ਨੈਕਸਟ ਕੁਐਸਚਨ ਕੀ ਹੈ? ਆਪਣਾ 18ਵਾਂ ਕੁਐਸਚਨ ਕੀ ਹੈ? ਹੂ ਅਮੰਗ ਦਾ ਫੋਲੋਇੰਗ ਇਜ਼ ਅਪੋਇੰਟਡ ਬਾय ਦਾ ਪ੍ਰੈਜ਼ੀਡੈਂਟ। ਠੀਕ ਹੈ, ਕਿਹੜਾ ਅਪੋਇੰਟ ਕੀਤਾ ਜਾਂਦਾ? ਹੁਣ ਅਪੋਇੰਟ ਪੁੱਛ ਲਿਆ, ਹੁਣ ਪਹਿਲਾਂ ਕੀ ਪੁੱਛਿਆ ਸੀ ਕਿਹੜਾ ਨਹੀਂ ਕੀਤਾ ਜਾਂਦਾ, ਹੁਣ ਪੁੱਛ ਲਿਆ ਅਪੋਇੰਟ ਕਿਹੜਾ ਕੀਤਾ ਜਾਂਦਾ ਹੈ। ਅਪੋਇੰਟ ਕਿਹੜਾ ਕੀਤਾ ਜਾਵੇਗਾ? ਅਟਾਰਨੀ ਜਨਰਲ ਵੀ ਕੀਤਾ ਜਾਵੇਗਾ, ਕੈਗ ਵੀ ਕੀਤਾ ਜਾਵੇਗਾ, ਗਵਰਨਰ ਆਫ ਦਾ ਸਟੇਟ ਵੀ ਕੀਤਾ ਜਾਵੇਗਾ। ਮੀਨਸ ਤਿੰਨੋਂ ਕੀਤੇ ਜਾਣਗੇ। ਤਾਂ ਆਲ ਆਫ ਦਾ ਅਬਵ ਇਜ਼ ਦਾ ਰਾਈਟ ਆਨਸਰ। ਚਲੋ ਨੈਕਸਟ ਕੁਐਸਚਨ ਕੀ ਰਾਜੀ? ਨੈਕਸਟ ਕੁਐਸਚਨ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਕੁਐਸਚਨ ਹੈਗਾ ਵੀ ਇੰਡੀਅਨ ਕੰਸਟੀਟਿਊਸ਼ਨ ਡਜ਼ ਨਾਟ ਇੰਪਾਵਰ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਵਿਦ ਦਾ ਰਾਈਟ। ਮੀਨਸ ਭਾਰਤੀ ਸੰਵਿਧਾਨ ਭਾਰਤ ਦੇ ਰਾਸ਼ਟਰਪਤੀ ਨੂੰ ਅਧਿਕਾਰ ਨਹੀਂ ਦਿੰਦਾ। ਕਿਸ ਚੀਜ਼ ਦਾ ਅਧਿਕਾਰ ਨਹੀਂ ਦਿੰਦਾ? ਅਪੁਆਇੰਟਮੈਂਟ ਆਫ PM ਦਾ ਅਧਿਕਾਰ ਨਹੀਂ ਦਿੰਦਾ, ਜਾਂ ਕੀ ਹੈਗਾ ਅਪੁਆਇੰਟਮੈਂਟ ਆਫ ਚੀਫ ਜਸਟਿਸ ਆਫ ਇਨ ਸਟੇਟ। ਹੁਣ ਸਟੇਟ ਦਾ ਚੀਫ ਜਸਟਿਸ ਥੋੜ੍ਹਾ ਬਣਾ ਲਏਗਾ। ਮੰਨ ਕੇ ਚੱਲੋ ਚੰਨੀ ਸਾਹਿਬ ਦੀ ਗਵਰਨਰ ਬਣਦੀ ਹੈ, ਤਾਂ ਇਹ ਥੋੜ੍ਹਾ ਵੀ ਚੰਨੀ ਸਾਹਿਬ ਨੂੰ ਡਾਇਰੈਕਟਲੀ ਅਨਾਊਂਸ ਕਰ ਦਿੱਤਾ ਜਾਵੇਗਾ। ਪਹਿਲਾਂ ਕੀ ਹੋਵੇਗਾ? ਵੋਟਾਂ ਪੈਣਗੀਆਂ। ਠੀਕ ਹੈ, ਵੋਟਾਂ ਪੈਣਗੀਆਂ, ਲੋਕ MLA ਚੁਣਨਗੇ, MLA ਆਪਣਾ ਨੇਤਾ ਚੁਣਨਗੇ। ਅਗਰ ਪਾਰਟੀ ਨੇ ਆਲਰੇਡੀ CM ਫੇਸ ਅਨਾਊਂਸ ਕਰਤਾ ਹੈ ਤਾਂ ਸਾਰੇ ਉਹਨਾਂ ਦੇ ਜੋ ਕੈਂਡੀਡੇਟਸ ਨੇ ਉਹਨਾਂ ਦੀ ਸਲਾਹ ਨਾਲ ਉਹ CM ਫੇਸ ਬਣੇ ਨੇ। ਠੀਕ ਹੈ, CM ਦੇ ਕੈਂਡੀਡੇਟ ਬਣੇ ਨੇ, ਤਾਂ ਉਹਨਾਂ ਨੂੰ CM ਬਣਾਇਆ ਜਾਵੇਗਾ। ਮੀਨਸ ਡਾਇਰੈਕਟਲੀ ਅਪੋਇੰਟ ਨਹੀਂ ਕੀਤਾ ਜਾਵੇਗਾ। ਠੀਕ ਹੈ, ਤਾਂ ਇਹ ਬਿਲਕੁਲ ਰਾਈਟ ਆਨਸਰ ਹੈ ਜੀ। ਤਾਂ ਲਾਸਟ ਕੁਐਸਚਨ ਅੱਜ ਦਾ ਕੀ ਹੈਗਾ? ਲਾਸਟ ਕੁਐਸਚਨ ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ। ਲਾਸਟ ਕੁਐਸਚਨ ਕੀ ਹੈ? ਦਾ ਕੰਸਟੀਟਿਊਸ਼ਨ ਆਥੋਰਾਈਜ਼ ਦਾ ਪ੍ਰੈਜ਼ੀਡੈਂਟ ਟੂ ਮੇਕ ਪ੍ਰੋਵੀਜ਼ਨਸ ਫॉर discharge of duties of governor in extraordinary circumstance means ਕੋਈ ਵੀ ਅਸਧਾਰਨ ਹਾਲਾਤਾਂ ਵਿੱਚ ਕਿਹੜਾ ਹੈਗਾ ਰਾਸ਼ਟਰਪਤੀ ਦੇ ਕਰਤਵਾਂ ਨੂੰ ਨਿਭਾਉਣ ਲਈ ਪ੍ਰਬੰਧ ਕਰਨ ਦਾ ਅਧਿਕਾਰ। ਠੀਕ ਹੈ, ਤਾਂ ਜੋ ਪ੍ਰੈਜ਼ੀਡੈਂਟ ਦੇ ਨੂੰ ਕਰਨ ਦਾ ਅਧਿਕਾਰ ਕਿਹੜਾ ਹੈਗਾ ਜੀ? 160 ਆਰਟੀਕਲ ਦੇ ਵਿੱਚ ਹੈਗਾ। 160 ਆਰਟੀਕਲ ਹੈਗਾ, ਬਿਲਕੁਲ ਰਾਈਟ ਆਨਸਰ ਹੈ। ਠੀਕ ਹੈ, ਚਲੋ 20 ਕੁਐਸਚਨ ਚੰਗੀ ਤਰ੍ਹਾਂ ਕਰਨੇ ਰਾਜੇ। ਤਾਂ ਤੁਸੀਂ ਜਿਨ੍ਹਾਂ ਬੱਚਿਆਂ ਨੂੰ PPT ਚਾਹੀਦੀ ਹੋਵੇਗੀ ਉਹ ਸਾਡੇ ਟੈਲੀਗ੍ਰਾਮ ਗਰੁੱਪ ਵਿੱਚ ਮਿਲ ਜਾਵੇਗੀ। ਟੈਲੀਗ੍ਰਾਮ ਗਰੁੱਪ ਵਿੱਚ ਤੁਸੀਂ ਇਸ PPT ਨੂੰ ਦੇਖ ਸਕਦੇ ਹੋ। ਠੀਕ ਹੈ, PDF ਤੁਹਾਨੂੰ ਮਿਲ ਜਾਵੇਗੀ। ਓਕੇ, ਬਾਕੀ ਜੋ ਵੀ ਕਲਾਸਿਸ ਨੇ, ਬਾਕੀ UPSC ਦੇ ਬੈਚ, PCS ਦੇ ਬੈਚ ਬਹੁਤ ਜਲਦੀ ਸਟਾਰਟ ਹੋ ਰਹੇ ਨੇ ਐਪ 'ਤੇ ਰਾਜੇ। ਤੁਸੀਂ ਰਜਿਸਟਰ ਕਰ ਸਕਦੇ ਹੋ ਐਂਡ ਸਮੇਂ-ਸਮੇਂ ਤੁਹਾਨੂੰ ਜਾਣਕਾਰੀ ਮਿਲਦੀ ਰਹੇਗੀ। ਓਕੇ, ਥੈਂਕ ਯੂ ਰਾਜੇ, ਬੈਸਟ ਆਫ ਲੱਕ।